गुड मॉर्निंग स्टूडेंट्स। सो बेटा अज ਆਪਾਂ ਜਿਹੜਾ ਹੈ ਨੈਕਸਟ ਚੈਪਟਰ ਫਰੋਮ ਦ ਯੂਨਿਟ 4 ਇੰਡੈਕਸ ਨੰਬਰ ਸਟਾਰਟ ਕਰਨ ਲੱਗੇ ਆ। ਯੂਨਿਟ 4 ਦੇ ਵਿੱਚ ਤੁਹਾਡੇ ਕੋਲ ਬੇਸਿਕਲੀ ਆਈ ਥਿੰਕ ਸੋ ਯੈਸ ਦੋ ਚੈਪਟਰਸ ਨੇ, index number and time series we have covered. So next is index number। तो ਇਹਦਾ ਮਤਲਬ ਇਹਨਾਂ ਦੋਨਾਂ ਵਿੱਚੋਂ ਇੱਕ ਨੂਮੈਰੀਕਲ ਆਊਗਾ, ਪਰ ਇੰਡੈਕਸ ਨੰਬਰ ਦਾ ਵੀ ਕਰਨਾ ਜ਼ਰੂਰੀ ਹੈ ਕਿਉਂਕਿ ਸ਼ਾਰਟ ਨੋਟ ਦੇ ਵਿੱਚ ਵੀ ਆ ਜਾਣਗੇ ਜਾਂ ਕਈ ਵਾਰੀ ਟਾਈਮ ਸੀਰੀਜ਼ ਦਾ ਕੁਐਸਚਨ ਥੋੜਾ ਹੋਰ ਘੁਮਾ ਕੇ ਆ ਜੇ ਜਾਂ ਕੁਛ ਆ ਜੇ ਹੈ ਨਾ, ਤਾਂ ਦੋਨੋਂ ਹੀ ਚੈਪਟਰ ਦੇ ਨੂਮੈਰੀਕਲ ਨੇ ਤੁਸੀਂ ਕਰਨੇ ਨੇ, ਠੀਕ ਹੈ। ਸੋ ਇੰਡੈਕਸ ਨੰਬਰ ਦੇ ਵਿੱਚ ਵੀ ਵਿਲ ਟਾਕ ਅਬਾਊਟ ਕਨਸੈਪਟ, ਪ੍ਰੋਬਲਮਸ, ਇੰਪੋਰਟੈਂਸ, ਸਿੰਪਲ ਇੰਡੈਕਸ ਨੰਬਰ, ਲੈਸ ਪੇਅਰੇ, ਫਿਸ਼ਰ ਨੰਬਰਸ ਓਨਲੀ, ਇਹਨਾਂ ਦੇ ਵਿਟਡ ਇੰਡੈਕਸ ਨੰਬਰ ਤੇ ਰਿਵਰਸੀਬਿਲਿਟੀ ਟੈਸਟ, ਸਿਰਫ ਇਹੀ ਤੁਹਾਨੂੰ ਪੇਪਰ ਦੇ ਵਿੱਚ ਸਿਲੇਬਸ ਦੇ ਵਿੱਚ ਅਵੇਲੇਬਲ ਹੈ। ਇਹ ਵੀ ਚੈਪਟਰ ਕਾਫੀ ਈਜ਼ੀ ਹੋਈ ਚੈਪਟਰ ਹੈ, ਮੁਸ਼ਕਿਲ ਨਹੀਂ ਹੈ, ਬਸ ਥੋੜੀ ਥਿਅਰੀ ਇਹਦੀ ਟੈਕਨੀਕਲ ਹੈ, ਉਹ ਮੈਂ ਤੁਹਾਨੂੰ ਸਮਝਾਉਂਦੀ ਹਾਂ, ਠੀਕ ਹੈ। ਤੇ ਇੱਕ ਵਾਰ ਥਿਅਰੀ ਸਮਝ ਆ ਜਾਊਗੀ ਫਿਰ ਸ਼ਾਰਟ ਵੀ ਕਰਨਾ ਆਸਾਨ ਹੋ ਜਾਊਗਾ, ਨਾਲੇ ਬੀਇੰਗ ਇਕਨੋਮਿਕ ਸਟੂਡੈਂਟ ਤੁਹਾਨੂੰ ਇੰਡੈਕਸ ਨੰਬਰ ਦਾ ਪਤਾ ਵੀ ਹੋਣਾ ਚਾਹੀਦਾ ਹੈ, ਠੀਕ ਹੈ। ਸੋ there are many concepts in economics and other social sciences that cannot be measured directly in a specific manner। ਕਹਿੰਦਾ ਕੁਝ ਇੱਕ ਕਨਸੈਪਟ ਇਹੋ ਜਿਹੇ ਹੁੰਦੇ ਨੇ ਇਕਨੋਮਿਕਸ ਜਾਂ ਅਦਰ ਸੋਸ਼ਲ ਸਾਇੰਸਿਸ ਦੇ ਵਿੱਚ ਜਿਹੜੇ ਕਿ ਡਾਇਰੈਕਟਲੀ ਫਾਈਂਡ ਆਊਟ ਨਹੀਂ ਕੀਤੇ ਜਾ ਸਕਦੇ। ਇਟ ਇਜ਼ ਨਾਟ ਕਲੀਅਰ ਹਾਊ ਵਨ ਸ਼ੁੱਡ ਮੈਜਰ ਦੀ ਲੈਵਲ ਆਫ ਪ੍ਰਾਈਸਿਸ ਔਰ ਦੀ ਕਾਸਟ ਆਫ ਲਿਵਿੰਗ। ਕਹਿੰਦੇ ਕਿ ਤੁਸੀਂ ਕਿਸ ਤਰ੍ਹਾਂ ਦੇ ਨਾਲ ਕਿ ਇਨਫਲੇਸ਼ਨ ਕਿੰਨੀ ਆ ਰਹੀ ਹੈ, ਪ੍ਰਾਈਸਿਸ ਦੇ ਵਿੱਚ ਜਿਹੜਾ ਵਾਧਾ ਹੈ ਉਹ ਕਿੰਨਾ ਹੋ ਰਿਹਾ ਹੈ, ਜਾਂ ਕਾਸਟ ਆਫ ਲਿਵਿੰਗ ਹੈ ਜਿਹੜੀ ਉਹ ਕਿੰਨੀ ਹੈ, ਉਹਨੂੰ ਡਾਇਰੈਕਟਲੀ ਮੈਜਰ ਕਰਨਾ ਮੁਸ਼ਕਿਲ ਹੁੰਦਾ ਹੈ। ਸੋ ਫॉर ਥਿੰਗਸ ਦੈਟ ਡੂ ਨਾਟ ਲੈਂਡ ਦੈਮਸੈਲਵਸ ਟੂ ਡਾਇਰੈਕਟ ਮੈਜਰਮੈਂਟ, ਉਹ ਚੀਜ਼ਾਂ ਜਿਨ੍ਹਾਂ ਦੀ ਡਾਇਰੈਕਟ ਮੈਜਰਮੈਂਟ ਨਹੀਂ ਹੋ ਸਕਦੀ, ਤਾਂ ਉਹਦੇ ਲਈ ਸਾਨੂੰ ਕੁਝ ਐਸੋਸੀਏਟਿਡ ਕੁਆਂਟਿਟੀ ਹੈ ਜਿਹੜੀ ਉਹ ਦੇਖਣੀ ਪੈਂਦੀ ਹੈ, ਜਿਹੜੀ ਕਿ ਉਹਦੀ ਕੈਲਕੂਲੇਸ਼ਨ ਵਿੱਚ ਫਿਰ ਸਾਨੂੰ ਹੈਲਪ ਕਰੂਗੀ। So economists have introduced various quantities for describing the price level, the cost of living। ਇਹ indirect measures ਜਾਂ indicators ਨੇ, ਇਹਨਾਂ ਨੂੰ ਅਸੀਂ index, ਇਹਦਾ plural form ਹੈ indices, ਠੀਕ ਹੈ। So what is index number? ਉਹ value ਜਾਂ average ਜੋ ਸਾਨੂੰ ਕੀ ਸ਼ੋ ਕਰਦੀ ਹੈ, change in the magnitude of a variable during a period of time। ਇੱਕ ਪਰਟੀਕੂਲਰ ਟਾਈਮ ਫਰੇਮ ਦੇ ਵਿੱਚ ਕਿਸੇ ਵੇਰੀਏਬਲ ਦੇ ਵਿੱਚ ਕਿੰਨੀ ਚੇਂਜ ਆਈ ਹੈ, ਪਰਸੈਂਟੇਜ ਉਹਨੂੰ ਦੱਸਦੀ ਹੈ। ਫॉर ਐਗਜ਼ਾਮਪਲ ਇੰਡੈਕਸ ਆਫ ਪ੍ਰਾਈਸ ਕੀ ਦੱਸੂਗਾ ਕਿ ਕੀ ਪ੍ਰਾਈਸ ਇਨਕਰੀਜ਼ ਹੋਇਆ ਹੈ, ਡਿਕਰੀਜ਼ ਹੋਇਆ ਹੈ ਜਾਂ ਕੌਨਸਟੈਂਟ ਰਿਹਾ ਹੈ। ਇਸ ਟੈਕਨੀਕ ਨੂੰ ਬਿਸ਼ਪ ਫਲੀਟਵੁੱਡ ਨੇ 1707 ਦੇ ਵਿੱਚ ਡਿਵੈਲਪ ਕੀਤਾ ਸੀ। ਐਕਚੁਅਲੀ ਇਹਦਾ ਯੂਜ਼ 1860 ਤੋਂ ਬਾਅਦ ਹੋਇਆ, ਜਦੋਂ ਕਿੰਗ ਇਰਵਿੰਗ ਫਿਸ਼ਰ, ਮਾਰਸ਼ਲ ਜੈਵਨਸ ਐਜਵਰਥ ਨੇ ਇਹਦੇ ਉੱਤੇ ਕੰਮ ਕੀਤਾ। ਇਨ ਸ਼ਾਰਟ ਇੰਡੈਕਸ ਨੰਬਰ ਕੀ ਹੈ? ਇੱਕ ਸਪੈਸ਼ਲਾਈਜ਼ਡ ਐਵਰੇਜ ਜੋ ਕਿ ਵਿਚ ਇਜ਼ ਐਕਸਪ੍ਰੈਸਡ ਇਨ ਪਰਸੈਂਟੇਜ, ਜੋ ਪਰਸੈਂਟੇਜ ਕੱਢੀ ਜਾਂਦੀ ਹੈ, ਕਿਉਂ? ਟੂ ਸ਼ੋ ਦੀ ਐਕਸਟੈਂਟ ਆਫ ਚੇਂਜ ਇਨ ਅ ਵੇਰੀਏਬਲ ਡਿਊਰਿੰਗ ਅ ਸਪੈਸੀਫਾਈਡ ਪੀਰੀਅਡ ਆਫ ਟਾਈਮ। ਡੈਫੀਨੇਸ਼ਨਸ ਆ ਜਾਣਗੀਆਂ। ਡੈਫੀਨੇਸ਼ਨਸ ਕੀ ਸ਼ੋ ਕਰਦੀਆਂ? ਡੈਫੀਨੇਸ਼ਨਸ ਦੇ ਵਿੱਚ ਆਹੀ ਸਭ ਕੁਝ ਲਿਖਿਆ ਹੋਇਆ ਹੈ। ਡੈਫੀਨੇਸ਼ਨ ਸ਼ੋ ਕਰਦੀਆਂ ਨੇ ਰਿਲੇਟਿਵ ਚੇਂਜਸ ਇਨ ਦਾ ਐਗਰੀਗੇਟਸ ਆਰ ਮੈਜਰਡ ਬਾਈ ਇੰਡੈਕਸ ਨੰਬਰ। ਬੇਟਾ ਦੋ ਵਰਡ ਹੁੰਦੇ ਨੇ, ਇੱਕ ਐਬਸੋਲਿਊਟ, ਇੱਕ ਹੁੰਦਾ ਰਿਲੇਟਿਵ। ਐਬਸੋਲਿਊਟ ਤਾਂ ਹੁੰਦਾ ਜਿਵੇਂ ਮੈਂ ਕਹਿੰਦਾ ਆਹ ਚੀਜ਼ 100 ਦੀ ਆਈ ਹੈ, ਆਹ ਚੀਜ਼ 50 ਰੁਪਏ ਦੀ ਆਈ ਹੈ, ਦੈਟ ਸਿੰਪਲ, ਉਹ ਐਬਸੋਲਿਊਟ ਟਰਮ ਹੋ ਗਈ। ਰਿਲੇਟਿਵ ਟਰਮ ਹੁੰਦੀ ਹੈ ਜਦੋਂ ਅਸੀਂ ਕੰਪੈਰੀਜ਼ਨ ਕਰਦੇ ਹਾਂ ਕਿ ਪਹਿਲਾਂ ਇਹ ਚੀਜ਼ 50 ਦੀ ਸੀ, ਹੁਣ 100 ਦੀ ਹੈ, ਇਹਦਾ ਮਤਲਬ ਇਹ 'ਚ 50 ਦੀ ਚੇਂਜ ਆਈ ਹੈ। ਰਿਲੇਟਿਵ ਮਤਲਬ ਕੰਪੈरेटिव। ਸੈਕਿੰਡ ਹੈ ਇੰਡੈਕਸ ਨੰਬਰ ਹਮੇਸ਼ਾ always present the changes taking place in some variable on an average only। ਇੰਡੈਕਸ ਨੰਬਰ ਹਮੇਸ਼ਾ ਸਾਨੂੰ ਉਹਨਾਂ ਚੇਂਜਸ ਬਾਰੇ ਦੱਸਦੇ ਹਨ ਜੋ ਕਿ ਕਿਸੇ ਵੇਰੀਏਬਲ ਦੇ ਵਿੱਚ ਚੇਂਜਸ ਨੂੰ ਸ਼ੋ ਕਰਦਾ ਹੈ ਔਨ ਐਵਰੇਜ। ਬਾਈ ਇੰਡੈਕਸ ਨੰਬਰ ਪੋਜੀਸ਼ਨਸ ਇਨ ਬੇਸ ਈਅਰ ਐਂਡ ਕਰੰਟ ਈਅਰ ਆਰ ਕੰਪੇਅਰਡ। ਦੋ ਸਾਲ ਹੁੰਦੇ ਨੇ ਬੇਟਾ, ਇੱਕ ਤਾਂ ਦੇਖੋ ਬੇਸ ਆਪਾਂ ਕਿਹਨੂੰ ਕਹਿੰਦੇ ਹੁੰਦੇ ਹਾਂ, ਜਿਹੜੀ ਚੀਜ਼ ਤੁਹਾਡੀ इंडेक्स नंबर, ठीक है।
एक है मेरा बेस ईयर, एक होगा करंट ईयर। ठीक है जी। बेस ईयर ਨੂੰ ਦੀ ਵੈਲਿਊ ਹੈ ਜਿਹੜੀ ਵੀ ਚਾਹੇ ਪ੍ਰਾਈਸ ਹੈ ਕੁਝ ਵੀ ਹੈ ਉਹਨੂੰ ਮੈਂ 100 ਲੈ ਕੇ ਚੱਲਦੀ ਹੁੰਦੀ ਹਾਂ। ਕਰੰਟ ਈਅਰ ਦੀ ਜੋ ਹੋਊਗੀ, ਠੀਕ ਹੈ। ਹੁਣ ਬੇਸ ਈਅਰ ਦੇ ਪ੍ਰਾਈਸ ਨੂੰ ਅਸੀਂ P0 ਕਹਾਂਗੇ, ਕਰੰਟ ਈਅਰ ਦੇ ਪ੍ਰਾਈਸ ਨੂੰ P1 ਕਹਾਂਗੇ। ਬੇਸ ਈਅਰ ਦੀ ਕੁਆਂਟੀਟੀ ਨੂੰ Q0, ਬੇਸ ਈਅਰ ਦੇ ਪ੍ਰਾਈਸ ਨੂੰ Q1। ਅਸੀਂ ਕੀ ਕਰਦੇ ਹਾਂ, ਅਸੀਂ ਕਹਿੰਦੇ ਹਾਂ ਕਿ ਮੰਨ ਲਓ ਆ ਪ੍ਰਾਈਸ ਹੈ, ਠੀਕ ਹੈ ਵੀ 100 ਰੁਪਏ ਬੇਸ ਈਅਰ ਦਾ ਪ੍ਰਾਈਸ ਹੈ। ਹੁਣ ਅੱਜ ਇਹ ਪ੍ਰਾਈਸ 120 ਹੋ ਗਿਆ ਤਾਂ ਅਸੀਂ ਕੀ ਕਹਾਂਗੇ 20 ਰੁਪਏ ਦੇ ਨਾਲ ਪ੍ਰਾਈਸ ਵਧਿਆ। ਪਰਸੈਂਟੇਜ ਕੱਢਣੀ ਹੋਊਗੀ। ਪਰਸੈਂਟੇਜ ਕਿਵੇਂ ਨਿਕਲਦੀ ਹੁੰਦੀ ਹੈ, ਚੇਂਜ ਕਿੰਨੇ ਦੀ ਆਈ 100 ਤੋਂ 120 ਦੀ ਆਈ, 120 ਬਟਾ 100 ਗੁਣਾ 100। ਇਹ 100 ਕਿਹੜਾ ਹੈ ਆ ਬੇਸ ਈਅਰ ਵਾਲਾ, ਠੀਕ ਹੈ। ਕਿੰਨੇ 20 ਦੀ ਚੇਂਜ ਆਈ ਇਨ ਕੰਪੈਰੀਜ਼ਨ ਟੂ ਦਿਸ ਈਅਰ, ਠੀਕ ਹੈ, ਇਨਟੂ 100 ਤਾਂ ਕਿੰਨੇ ਪਰਸੈਂਟ ਚੇਂਜ ਆਈ ਹੈ 20% ਚੇਂਜ ਹੈ। मतलब बेस ईयर ते करंट ईयर दी चेंज को शो करता है। सो नैक्सट है यूजेस ऑफ इंडेक्स नंबर। इंडेक्स नंबर का जोड़ा यूज़ है वो कितने होंगे। नाउ डेज इंडेक्स नंबर को इकनॉमिक ते बिजनेस फील्ड्स में यूज़ किया जाता है। इंडेक्स नंबर को असीं इकनॉमिक बैरोमीटर्स है जोड़ा वो भी कहते हाँ। सो फस्ट है तुहाडे कोले बेटा यूज़ टू सिंपलीफाई कॉम्पलैक्सिटीज़। जिन्नियां भी कॉम्पलैक्स सिचुएशनस हुंदियां ने इंडेक्स नंबर उन्हां कंपलैक्स चेंजिस नूं जिहड़ा है वो सानूं दस्सण विच हैल्प करता है। क्योंकि जिन्नी कंपलैक्स किहड़े हुंदे ने बेटा जो ईजी नहीं हुंदियां कैलकुलेट करनियां, ठीक है। सो इंडेक्स नंबर आर यूज टू मैजर द चेंजिस इन सम क्वांटिटी विच वी कैन नॉट ऑब्जर्व डायरैक्टली। सैकेंड आ जाता है हैल्पफुल इन फिक्सेशन ऑफ सैलरी एंड डियरनेस अलाउंस। डियरनेस अलाउंस होंदा है बेटा महंगाई भत्ता DA, तुसीं शब्द सुनिया होना है। बाय इंडेक्स नंबर सरकार ते बाकी इंपलॉयज़ ने जिहड़े उन्हां दियां जिहड़ियां वेजिज ने उन्हां दियां सैलरीज़ ने उन्हां नूं फिक्स करन दे विच जिहड़ा है इंडेक्स नंबर हैल्प करता है। जो आपां न्यूमैरिकल करांगे ना उदों तुसीं देखोगे किस तरह दे नाल तुसीं परसेंटेज है जिहड़ी इनफ्लेशन नूं काउंट करदे हो। भी देखो रजे जदों किसी चीज़ दा प्राइस वधदा है, ठीक है, तां उस टाइम दे उत्ते ਆਪਾਂ ਦੀਆਂ ਸੈਲਰੀਜ਼ ਵੀ ਵਧਣੀਆਂ ਚਾਹੀਦੀਆਂ ਨੇ। ਜੇ ਚੀਜ਼ਾਂ ਮਹਿੰਗੀਆਂ ਹੋ ਰਹੀਆਂ ਨੇ, ਜੇ ਪੈਟਰੋਲ ਮਹਿੰਗਾ ਹੋ ਰਿਹਾ ਤਾਂ ਸਾਡੀ ਸੈਲਰੀ ਵੀ ਵਧਣੀ ਚਾਹੀਦੀ ਹੈ, ਠੀਕ ਹੈ। ਕਿਉਂਕਿ ਅਦਰਵਾਈਜ਼ ਨਹੀਂ ਕੀ ਹੋਊਗਾ, ਸਾਨੂੰ ਚੀਜ਼ ਮਹਿੰਗੀ ਆਊਗੀ, ਸਾਡਾ ਖਰਚਾ ਹੈ ਜਿਹੜਾ ਘਟੂਗਾ, ਫਰਸਟ੍ਰੇਸ਼ਨ ਵਧੂਗੀ। ਤਾਂ ਜਿਹੜਾ ਡੀਅਰਨੈਸ ਅਲਾਊਂਸ ਹੈ, DA ਹੈ, ਮਹਿੰਗਾਈ ਭੱਤਾ ਹੈ, ਇਹ ਇੰਪਲੋਈਜ਼ ਨੂੰ ਪ੍ਰੋਵਾਈਡ ਗਵਰਨਮੈਂਟ ਕਦੋਂ ਕਰਦੀ ਹੈ, ਜਦੋਂ ਉਹ ਦੇਖਦੀ ਹੈ ਕਿ ਇਨਫਲੇਸ਼ਨ ਵੱਧ ਗਈ ਹੈ ਤਾਂ ਉਹਨਾਂ ਨੂੰ ਮਹਿੰਗਾਈ ਭੱਤਾ ਵੀ ਦੇ ਦਿਓ, ਠੀਕ ਹੈ। ਹੈਲਪਫੁਲ ਇਨ ਪ੍ਰੈਡਿਕਸ਼ਨਸ। ਇੰਡੈਕਸ ਨੰਬਰ ਹੈਲਪ ਕਰਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੋ ਕੋਈ ਚੇਂਜਸ ਹੁੰਦੀਆਂ ਨੇ ਉਹਨਾਂ ਨੂੰ ਵਾਸਤੇ ਅਸੀਂ ਕਿਸ ਤਰ੍ਹਾਂ ਦੇ ਨਾਲ ਤਿਆਰ ਹੋਣਾ ਹੈ। ਸੋ ਇੰਡੈਕਸ ਨੰਬਰ ਨੂੰ ਇਕਨੋਮਿਕ ਬੈਰੋਮੀਟਰ ਵੀ ਕਿਹਾ ਜਾਂਦਾ ਹੈ। ਕੰਪੈਰੀਜ਼ਨ ਆਪਾਂ ਪਿੱਛੇ ਦੱਸ ਚੁੱਕੀ ਹਾਂ ਮੈਂ ਤੁਹਾਨੂੰ। ਕੰਪੈਰੀਟਿਵ ਸਟੱਡੀ ਹੈ ਰਿਲੇਟਿਵ ਚੇਂਜਸ ਨੂੰ ਦੱਸਦੀ ਹੈ। ਬੇਸ ਈਅਰ ਅਤੇ ਕਰੰਟ ਈਅਰ ਦੇ ਪ੍ਰਾਈਸਿਸ ਦੀ ਜਿਹੜੀ ਚੇਂਜ ਹੈ ਉਹਨੂੰ ਇਹ ਸ਼ੋ ਕਰਦੀ ਹੈ। ਫਿਰ ਹੈ ਟੂ ਮੈਜਰ ਪਰਚੇਜ਼ਿੰਗ ਪਾਵਰ ਆਫ ਮਨੀ। ਪਰਚੇਜ਼ਿੰਗ ਪਾਵਰ ਆਫ ਮਨੀ ਨੂੰ ਪਰਚੇਜ਼ਿੰਗ ਪਾਵਰ ਆਫ ਮਨੀ ਕੀ ਹੁੰਦਾ ਹੈ ਕਿ ਮਨੀ ਦਾ ਇੱਕ ਯੂਨਿਟ ਕਿੰਨਾ ਖਰੀਦਣ ਵਿੱਚ ਤੁਹਾਡੀ ਹੈਲਪ ਕਰਦਾ ਹੈ। ਦੈਨ यूजफुल इन बिजनेस ਦੇ ਵਿੱਚ ਵੀ ਬਹੁਤ यूजफुल है। कंपैरेटिव स्टडी है। सेल्स ਵਿੱਚ ਕਿੰਨੀਆਂ ਚੇਂਜ ਆਉਂਦੀ ਹੈ, ਆਊਟਪੁੱਟ 'ਚ ਕਿੰਨੀ ਚੇਂਜ ਆਉਂਦੀ ਹੈ, ਵੈਲਿਊ 'ਚ ਕਿੰਨੀ ਚੇਂਜ ਆਉਂਦੀ ਹੈ, ਸਾਰਾ ਕੁਝ ਇੰਡੈਕਸ ਨੰਬਰ ਹੈ ਤੁਹਾਨੂੰ ਦੱਸਦਾ ਹੈ। ਟੂ ਸਮ ਅਪ ਇੰਡੈਕਸ ਨੰਬਰ ਕੀ ਹੈ? ਇਟ ਇਜ਼ ਦੀ ਸਾਈਨ ਐਂਡ ਗਾਈਡ posts along the business highway that indicate to the businessman how he should drive or manage his affairs। ਕਿ ਇੰਡੈਕਸ ਨੰਬਰ ਕੀ ਹੈ? ਇੱਕ ਤਰ੍ਹਾਂ ਦੇ ਨਾਲ ਗਾਈਡ ਹੈ ਇੱਕ ਬਿਜ਼ਨਸਮੈਨ ਨੂੰ, ਉਹਨੂੰ ਦੱਸਦਾ ਹੈ ਕਿ ਤੁਸੀਂ ਕਿਸ ਤਰ੍ਹਾਂ ਦੇ ਨਾਲ ਆਪਣੇ ਕੰਮ ਨੂੰ ਕਰਨਾ ਹੈ, ਠੀਕ ਹੈ ਬੇਟਾ। ਇਸ ਤੋਂ ਬਾਅਦ ਲਿਮਿਟੇਸ਼ਨਸ ਟਾਈਪਸ ਵਗੈਰਾ ਮੈਂ ਤੁਹਾਨੂੰ ਨੈਕਸਟ ਵੀਡੀਓ 'ਚ ਕਰਵਾਉਣੀ ਹੈ। ਟਿਲ ਦੈਨ ਗੁੱਡ ਬਾਏ, ਹੈਵ ਅ ਨਾਈਸ ਟਾਈਮ।